ਸਤਿ ਸ਼੍ਰੀ ਅਕਾਲ, ਜੈ ਹਿੰਦ, ਜੈ ਭਾਰਤ। ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ, ਜਿੱਥੇ ਆਪਾਂ ਆਪਣਾ ਜਿਹੜੀ ਸੀਰੀਜ਼ ਚੱਲ ਰਹੀ ਨੇ ਟੋਪ MCQ 500 ਜਿਹੜੇ ਆਪਣੇ ਜਿੰਨੇ ਵੀ ਐਗਜ਼ਾਮ ਆ ਰਹੇ ਨੇ ਅੱਗੇ ਹੈ ਨਾ, ਉਹਨਾਂ ਦੇ ਵਿੱਚ ਕਾਰਗਰ ਰਹੂਗੀ। ਅਤੇ ਉੱਥੇ ਅੱਜ ਆਪਣਾ ਇਹਦਾ ਦੂਜਾ ਪਾਰਟ ਜਿਹੜਾ ਹੈਗਾ ਉਹ ਤੁਹਾਡੇ ਸਾਹਮਣੇ ਮੈਂ ਲੈ ਕੇ ਆ ਰਿਹਾ। ਅਤੇ ਚਲੀਏ ਆਪਾਂ ਗੱਲ ਕਰਦੇ ਹਾਂ। ਠੀਕ ਹੈ, ਇੱਕ ਇੱਕ ਕੁਐਸਚਨ ਦੇ ਉੱਤੇ ਆਪਾਂ ਦੇਖਾਂਗੇ, ਉਹਨਾਂ ਨੂੰ ਆਪਾਂ ਮੈਪ ਨਾਲ ਵੀ ਸਮਝਾਂਗੇ ਅਤੇ ਉਹਨਾਂ ਨੂੰ ਆਪਾਂ ਪੂਰਾ ਜਿਹੜਾ ਹੈਗਾ ਇੱਕ ਇੱਕ ਇਮੇਜ ਨਾਲ ਵੀ ਸਮਝਾਂਗੇ ਕਿ ਕਿਵੇਂ ਕੀ ਚੀਜ਼ ਹੈਗੀ। ਤੁਹਾਨੂੰ ਪਤਾ ਹੈ ਆਪਾਂ ਜਿਹੜੀ ਮੂਵੀ ਦੇਖਦੇ ਹਾਂ ਹੈ ਨਾ, ਕੋਈ ਵੀ ਫਿਲਮ ਵੇਖਦੇ ਹਾਂ ਤਾਂ ਆਪਾਂ ਫਿਲਮ ਦੀ ਸਟੋਰੀ ਜਿਹੜੀ ਹੈਗੀ ਉਹ ਆਪਾਂ ਨੂੰ ਯਾਦ ਰਹਿੰਦੀ ਹੈ ਹਮੇਸ਼ਾ, ਕਿਉਂਕਿ ਆਪਾਂ ਉਹਨੂੰ ਬਹੁਤ ਚਾਅ ਨਾਲ ਜਿਹੜੀ ਹੈ ਨਾ ਆਪਾਂ ਉਹਨੂੰ ਵੇਖ ਰਹੇ ਹਾਂ ਹੈ ਨਾ। ਅਤੇ ਇਹ ਵੀ ਮੈਂ ਆਹੀ ਕਹਾਂਗਾ, ਆਪਣਾ 15 ਮਿੰਟ ਦਾ ਇਹ ਲੈਕਚਰ ਹੁੰਦਾ ਹੈ। ਇੱਥੇ ਤੁਸੀਂ ਜਿਹੜੇ 10 ਕੁਐਸਚਨ ਨੇ ਉਹਨਾਂ ਨੂੰ ਤਰੀਕੇ ਨਾਲ ਸਮਝੋ ਅਤੇ ਇਮੇਜ ਨਾਲ ਸਮਝੋ, ਤੁਸੀਂ ਕਦੇ ਵੀ ਭੁੱਲੋਗੇ ਨਹੀਂ। ਠੀਕ ਹੈ, ਚਲੀਏ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ। ਕੁਐਸਚਨ ਤੁਹਾਡੇ ਸਾਹਮਣੇ ਦਿੱਤਾ ਗਿਆ ਹੈ, ਸੰਸਾਰ ਦਾ ਸਭ ਤੋਂ ਵੱਡਾ ਟਾਪੂ ਕਿਹੜਾ ਹੈ ਨਾ। ਸੰਸਾਰ ਦਾ ਸਭ ਤੋਂ ਵੱਡਾ ਹੈ ਨਾ, ਸਭ ਤੋਂ ਵੱਡਾ ਜਿਹੜਾ ਟਾਪੂ ਹੈਗਾ ਉਹ ਕਿਹੜਾ ਹੈ। ਟਾਪੂ ਦੀ ਗੱਲ ਕੀਤੀ ਗਈ, ਇੱਥੇ ਕੋਈ ਮਹਾਦੀਪ ਦੀ ਗੱਲ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਮਹਾਸਾਗਰ ਦੀ ਗੱਲ ਕੀਤੀ ਗਈ। ਅਤੇ ਆਹ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ। ਇੱਥੇ ਆਪਾਂ ਗੱਲ ਕਰਦੇ ਹਾਂ, ਇਹ ਸਭ ਤੋਂ ਵੱਡਾ ਜਿਹੜਾ ਹੈਗਾ ਉਹ ਹੈਗਾ ਗ੍ਰੀਨਲੈਂਡ। ਕਿਹੜਾ ਹੈਗਾ? ਗ੍ਰੀਨਲੈਂਡ ਹੈਗਾ, ਜਿਹੜਾ ਕਿੱਥੇ ਹੈਗਾ ਅਤੇ ਇਹ ਨੌਰਥ ਅਮਰੀਕਾ ਦੇ ਵਿੱਚ ਸਥਾਪਿਤ ਹੈਗਾ ਹੈ ਨਾ। ਜਿਵੇਂ ਦਿੱਤਾ ਗਿਆ ਹੈ, ਗ੍ਰੀਨਲੈਂਡ ਸੰਸਾਰ ਦਾ ਸਭ ਤੋਂ ਵੱਡਾ ਟਾਪੂ ਹੈ। ਠੀਕ ਹੈ, ਇਹ ਛੋਟਾ ਜਿਹਾ ਦੇਸ਼ ਹੈ ਜਿਹੜਾ ਕੀ ਹੈ ਡੈਨਮਾਰਕ ਰਾਜ ਦਾ ਹਿੱਸਾ ਹੈ। ਤੁਹਾਡੇ ਸਾਹਮਣੇ ਇਮੇਜ ਦੇ ਵਿੱਚ ਦਿੱਤਾ ਵੀ ਗਿਆ, ਦੇਖੋ ਹੈ ਨਾ। ਇਹ ਆਪਣਾ ਜਿਹੜਾ ਹੈਗਾ ਕੈਨੇਡਾ ਹੈ ਨਾ, ਆਈਸਲੈਂਡ ਜਿਹੜਾ ਹੈਗਾ, ਨੋਰਵੇ ਹੈਗਾ, ਇਹਨਾਂ ਦੇ ਕੋਲੇ ਹੀ ਇੱਕ ਕੀ ਹੈਗਾ ਡੈਨਮਾਰਕ ਰਾਜ ਹੈਗਾ, ਉਹਦਾ ਹਿੱਸਾ ਹੈ ਗ੍ਰੀਨਲੈਂਡ, ਜੋ ਸਭ ਤੋਂ ਵੱਡਾ ਟਾਪੂ ਹੈ ਦੇਸ਼ ਦੇ ਵਿਸ਼ਵ ਦੇ ਵਿੱਚ। ਜੇ ਆਪਾਂ ਵਿਸ਼ਵ ਦੇ ਨਕਸ਼ੇ ਦੀ ਗੱਲ ਕਰੀਏ, ਵਰਲਡ ਮੈਪ ਦੀ ਗੱਲ ਕਰੀਏ, ਤਾਂ ਇੱਥੇ ਤੁਹਾਨੂੰ ਦਿਖਾਈ ਦੇ ਰਿਹਾ ਇਹ ਆਪਣਾ ਏਸ਼ੀਆ ਹੋ ਗਿਆ, ਇੰਡੀਆ ਆ ਗਿਆ ਨਾ। ਏਸ਼ੀਆ ਦੇ ਵਿੱਚ ਆਪਣਾ ਇੰਡੀਆ ਹੈ। ਸਾਤ ਜਿਹੜੇ ਮਹਾਦੀਪ ਨੇ ਉਹਨਾਂ ਦੀ ਗੱਲ ਕਰ ਰਿਹਾ ਮੈਂ। ਇਹ ਆਪਣਾ ਯੂਰਪ ਹੋ ਗਿਆ, ਇਹ ਆਪਣਾ ਅਮਰੀਕਾ, ਨਾਰਥ ਅਮਰੀਕਾ ਅਤੇ ਸਾਊਥ ਅਮਰੀਕਾ ਹੋ ਗਿਆ, ਸੌਰੀ ਅਫਰੀਕਾ ਹੋ ਗਿਆ, ਨਾਰਥ ਅਫਰੀਕਾ ਅਤੇ ਸਾਊਥ ਅਫਰੀਕਾ ਹੋ ਗਿਆ। ਇਹ ਜਿਹੜਾ ਹੈਗਾ ਇਹ ਨਾਰਥ ਅਮਰੀਕਾ ਅਤੇ ਇਹ ਆਪਣਾ ਹੋ ਗਿਆ ਸਾਊਥ ਅਫਰੀਕਾ। ਠੀਕ ਹੈ, ਅਤੇ ਅਮਰੀਕਾ। ਅਤੇ ਇਹਦੇ ਵਿੱਚ ਹੀ ਆਪਾਂ ਦੇਖੀਏ ਨਾਰਥ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਉਹ ਕਿਹੜਾ ਹੈ ਆਪਣਾ ਇਹ ਟਾਪੂ ਦਿੱਤਾ ਗਿਆ ਹੈ। ਇਹ ਸਭ ਤੋਂ ਵੱਡਾ ਟਾਪੂ ਹੈ। 7 ਮਹਾਦੀਪ ਨੇ ਅਤੇ 7 ਹੀ ਆਪਣੇ ਕੀ ਹੈ ਮਹਾਸਾਗਰ ਨੇ, ਇਹ ਤੁਸੀਂ ਧਿਆਨ ਰੱਖਣਾ ਹੈ ਨਾ। ਚਲਿਏ ਅੱਗੇ ਦੇਖਦੇ ਹਾਂ। ਭਾਰਤ ਦਾ ਰਾਸ਼ਟਰੀ ਦਰਖਤ ਕਿਹੜਾ ਹੈ? ਰਾਸ਼ਟਰੀ ਦਰਖਤ ਜਿਹੜਾ ਆਪਣਾ ਨੈਸ਼ਨਲ ਪੇੜ ਹੈਗਾ ਉਹ ਕਿਹੜਾ ਹੈਗਾ, ਉਹਦੀ ਆਪਾਂ ਗੱਲ ਕਰ ਰਹੇ ਹਾਂ ਇੱਥੇ। ਅਤੇ ਜਿਹੜਾ ਬੋਰਡ ਹੈਗਾ ਨਾ, ਇਹ ਆਪਣਾ ਰਾਸ਼ਟਰੀ ਜਿਹੜਾ ਦਰਖਤ ਹੈਗਾ, ਜਿਹਨੂੰ ਆਪਾਂ ਵਟਵਰਕਸ ਵੀ ਕਹਿੰਦੇ ਹਿੰਦੀ ਦੇ ਵਿੱਚ। ਠੀਕ ਹੈ, ਔਰ ਬਨਿਆਨ ਟਰੀ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਹੈ ਨਾ। ਜਿਹੜਾ ਇਹ ਤੁਹਾਡੇ ਸਾਹਮਣੇ ਆ ਗਿਆ, ਭਾਰਤ ਦਾ ਰਾਸ਼ਟਰੀ ਦਰਖਤ ਬੋਰਡ ਹੈਗਾ ਬਨਿਆਨ ਟਰੀ, ਜਿਹਨਾਂ ਨੂੰ ਆਪਾਂ ਕਹਿੰਦੇ ਬੋਰਡ, ਜਿਹੜਾ ਇੱਕ ਘਣਾ ਯਾਨੀ ਕਿ ਸ਼ਾਨਦਾਰ ਜਿਹੜਾ ਦਰਖਤ ਹੁੰਦਾ ਹੈ, ਤੁਹਾਨੂੰ ਪਤਾ ਹੈ ਨਾ। ਗਾਉਂ ਦੇ ਵਿੱਚ ਬਹੁਤ ਮਿਲ ਜਾਏਗਾ, ਆਪਾਂ ਕੋਈ ਵੀ ਵਿਲੇਜ ਦੇ ਵਿੱਚ ਜਾਵਾਂਗੇ ਉੱਥੇ ਤੁਹਾਨੂੰ ਇਹ ਮਿਲ ਜੂਗਾ। ਠੀਕ ਹੈ, ਇਹਦੇ ਫਰੂਟ ਨੇ, ਇਹ ਜਿਹੜੇ ਦਿੱਤੇ ਗਏ ਨੇ ਫਰੂਟ ਨੇ ਸਾਰੇ ਦੇ। ਠੀਕ ਹੈ, ਇਹਦੇ ਲੱਗਦੇ ਨੇ, ਇਹ ਆਪਾਂ ਧਿਆਨ ਰੱਖਣਾ। ਠੀਕ ਹੈ, ਅੱਗੇ ਚੱਲੀਏ ਨੈਕਸਟ ਕੁਐਸਚਨ ਦੇ ਉੱਤੇ ਜੀ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੁਆਰਾ ਸਥਾਪਿਤ ਕੀਤੇ ਪਹਿਲੇ ਕਿਲੇ ਦਾ ਨਾਂ ਕੀ ਸੀ ਅਤੇ ਕਿਸ ਸ਼ਹਿਰ ਵਿੱਚ ਸਥਿਤ ਹੈ? ਯਾਨੀ ਕਿ ਪਹਿਲਾ ਕਿਲਾ ਜਿਹੜਾ ਇਹਨਾਂ ਨੇ ਸਥਾਪਿਤ ਕੀਤਾ ਸੀ ਉਹ ਕਿੱਥੇ ਸਥਾਪਿਤ ਕੀਤਾ ਸੀ ਅਤੇ ਉਹਦਾ ਨਾਂ ਕੀ ਹੈ, ਇਹ ਆਪਾਂ ਦੱਸਣਾ ਹੈ। ਮੈਂ ਤੁਹਾਨੂੰ ਦੱਸਾਂ 1644 ਦੇ ਵਿੱਚ ਜਿਹੜਾ ਹੈਗਾ ਈਸਟ ਇੰਡੀਆ ਕੰਪਨੀ ਨੇ ਆਪਣਾ ਪਹਿਲਾ ਜਿਹੜਾ ਫੋਰਟ ਹੈ, ਕਿਲਾ ਹੈ, ਉਹਨੂੰ ਸਥਾਪਿਤ ਕੀਤਾ ਸੀ। ਤੁਹਾਨੂੰ ਪਤਾ ਹੈ ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ ਸੰਨ 1600 ਦੇ ਵਿੱਚ ਆਈ ਸੀ। 1608 ਦੇ ਵਿੱਚ ਇਹਨੇ ਵਪਾਰ ਸ਼ੁਰੂ ਕੀਤਾ ਸੀ ਹੈ ਨਾ। ਅਤੇ ਉਦੋਂ ਅੱਗੇ ਚੱਲ ਕੇ ਥੋੜ੍ਹਾ ਜਿਹਾ ਇਹਨਾਂ ਨੇ ਆਪਣਾ ਪਹਿਲਾ ਯਾਨੀ ਕਿ ਕੰਪਨੀ ਵੀ ਸਥਾਪਿਤ ਕੀਤੀ ਸੀ ਹੈ ਨਾ। ਲਗਭਗ ਮੈਂ ਗੱਲ ਕਰਾਂ 200 ਸਾਲ ਤੋਂ ਵੱਧ ਇਹਨਾਂ ਨੇ ਇੰਡੀਆ ਦੇ ਉੱਤੇ ਰਾਜ ਕੀਤਾ ਹੈ, ਇੰਡੀਆ ਦੇ ਵਿੱਚ ਵਪਾਰ ਕੀਤਾ ਹੈ। ਤਾਂ 1644 ਦੇ ਵਿੱਚ ਇਹਨਾਂ ਨੇ ਫੋਰਟ ਸੈਂਟ ਜੋਰਜ ਜੋ ਜਿਹੜਾ ਹੈਗਾ ਉਹ ਚੇਨਈ ਦੇ ਵਿੱਚ ਸਥਾਪਿਤ ਕੀਤਾ ਸੀ। ਆ ਵੀ ਤੁਹਾਨੂੰ ਧਿਆਨ ਰੱਖਣਾ ਹੈ। ਦੇਖੋ ਦਿੱਤਾ ਗਿਆ 1644 ਈਸਵੀ ਵਿੱਚ ਬਣਾਇਆ ਗਿਆ ਸੀ। ਠੀਕ ਹੈ, ਨਾਂ ਕੀ ਸੀ? ਫੋਰਟ ਸੈਂਟ ਜੋਰਜ। ਠੀਕ ਹੈ, ਇਹ ਤੁਸੀਂ ਧਿਆਨ ਰੱਖਿਓ। ਠੀਕ ਹੈ, ਔਰ ਅੱਜ ਕੱਲ੍ਹ ਅਗਰ ਇਹਨੂੰ ਗੱਲ ਕਰਾਂ, ਇਸ ਜਿਹੜਾ ਸੈਂਟ ਜਿਹੜਾ ਹੈਗਾ ਆਪਣਾ ਜੋਰਜ ਹੈ ਨਾ ਚੇਨਈ ਦੇ ਵਿੱਚ, ਇਹ ਤਮਿਲਨਾਡੂ ਦੀ ਵਿਧਾਨ ਸਭਾ ਲਈ ਵਰਤਿਆ ਜਾਂਦਾ ਹੈ। ਅੱਜ ਕੱਲ੍ਹ ਤਮਿਲਨਾਡੂ ਦੀ ਜਿਹੜੀ ਵਿਧਾਨ ਸਭਾ ਹੈਗੀ ਉਹ ਇੱਥੇ ਹੀ ਹੈਗੀ, ਇਹ ਵੀ ਤੁਸੀਂ ਧਿਆਨ ਰੱਖਣਾ। ਤਮਿਲਨਾਡੂ ਦੀ ਜਿਹੜੀ ਕੈਪੀਟਲ ਉਹ ਕੀ ਹੈ? ਚੇਨਈ ਹੈ ਨਾ। ਤਮਿਲਨਾਡੂ ਦੀ ਕੈਪੀਟਲ ਕੀ ਹੈ? ਚੇਨਈ ਹੈ। ਆ ਵੀ ਤੁਸੀਂ ਧਿਆਨ ਰੱਖਣਾ ਹੈ।
ਇਹ ਜਿਹੜਾ ਦਿੱਤਾ ਗਿਆ ਹੈ ਨਾ, ਜਿਹੜਾ ਦਿੱਤਾ ਗਿਆ ਹੈ ਤੁਹਾਡੇ ਸਾਹਮਣੇ ਹੈਗਾ, ਠੀਕ ਹੈ। ਅੱਜ ਕੱਲ੍ਹ ਇੱਥੇ ਵਿਧਾਨ ਸਭਾ ਵੀ ਹੈਗੀ, ਬਹੁਤ ਸ਼ਾਨਦਾਰ ਤਰੀਕੇ ਨਾਲ ਇਹਨੂੰ ਬਣਾਇਆ ਗਿਆ ਅੰਗਰੇਜ਼ਾਂ ਦੇ ਵੱਲੋਂ, ਠੀਕ ਹੈ। ਚਲਿਏ ਅੱਗੇ ਦੇਖਦੇ ਹਾਂ। ਆਬਾਦੀ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਛੋਟਾ ਪ੍ਰਾਂਤ ਕਿਹੜਾ ਹੈ? ਤੁਹਾਡੇ ਸਾਹਮਣੇ ਹੈ ਨਾ, ਇਹਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ 5 ਜਾਂ 6 ਕੁਐਸਚਨ ਬਣਨਗੇ, ਠੀਕ ਹੈ। ਆਬਾਦੀ ਦੇ ਹਿਸਾਬ ਨਾਲ ਤੇ ਏਰੀਆ ਦੇ ਹਿਸਾਬ ਨਾਲ। ਜੇ ਏਰੀਆ ਦੇ ਹਿਸਾਬ ਨਾਲ ਆਏ ਤਾਂ ਤੁਸੀਂ ਧਿਆਨ ਰੱਖਿਓ ਜਿਹੜਾ ਗੋਆ ਹੈਗਾ ਉਹ ਸਭ ਤੋਂ ਛੋਟਾ ਹੈਗਾ। ਜੇ ਆਬਾਦੀ ਦੇ ਹਿਸਾਬ ਨਾਲ ਆਏ ਯਾਨੀ ਕਿ ਪੋਪੂਲੇਸ਼ਨ ਦੇ ਹਿਸਾਬ ਨਾਲ ਆਏ ਤੇ ਤੁਸੀਂ ਧਿਆਨ ਰੱਖਣਾ ਹੈ ਇਹ ਸਿੱਕਿਮ ਹੈਗਾ। 2011 ਦੀ ਜਨਗਣਨਾ ਦੇ ਅਨੁਸਾਰ ਕਿਹੜਾ ਹੈਗਾ? ਸਿੱਕਿਮ, ਜਿੱਥੇ 6 ਲੱਖ ਜਨਸੰਖਿਆ, 6 ਲੱਖ ਲੋਕ ਰਹਿੰਦੇ ਸੀ ਉੱਥੇ, ਠੀਕ ਆ। ਤੁਸੀਂ ਧਿਆਨ ਰੱਖਣਾ। ਤੇ ਆਪਾਂ ਇੱਕ ਗੱਲ ਹੋਰ ਦੱਸਦੇ ਹਾਂ ਇੱਥੇ, ਜੇ ਏਰੀਆ ਦੇ ਹਿਸਾਬ ਨਾਲ ਸਭ ਤੋਂ ਵੱਡਾ ਆਏ ਤਾਂ ਤੁਸੀਂ ਧਿਆਨ ਰੱਖਣਾ ਹੈ ਰਾਜਸਥਾਨ ਹੈਗਾ, ਠੀਕ ਹੈ। ਅੱਗੇ ਕੁਐਸਚਨ ਆਊਗਾ ਵੀ, ਤੁਸੀਂ ਧਿਆਨ ਰੱਖਣਾ ਹੈ, ਆਨਸਰ ਤੁਹਾਨੂੰ ਦੇਣਾ ਹੈ, ਠੀਕ ਹੈ। ਜੇ ਪੋਪੂਲੇਸ਼ਨ ਦੇ ਹਿਸਾਬ ਨਾਲ ਗੱਲ ਕਰੀਏ ਆਪਾਂ ਨਾ, ਤੇ ਉਹ ਹੈਗਾ ਯੂਪੀ, ਉੱਤਰ ਪ੍ਰਦੇਸ਼, ਹੈ ਨਾ। ਔਰ ਯੂਟੀ ਜਿਹੜੀ ਹੈਗੀ ਪੋਪੂਲੇਸ਼ਨ ਦੇ ਹਿਸਾਬ ਨਾਲ ਜਿਹੜੀ ਯੂਟੀ ਹੈ ਉਹ ਕਿਹੜੀ ਸਭ ਤੋਂ ਵੱਡੀ ਹੈ? ਤੇ ਆ ਵੀ ਤੁਸੀਂ ਧਿਆਨ ਰੱਖਣਾ ਹੈ, ਦਿੱਲੀ ਹੈਗੀ, ਠੀਕ ਹੈ, ਦਿੱਲੀ ਹੈਗੀ। ਤੇ ਸਭ ਤੋਂ ਛੋਟੀ ਲਕਸ਼ਦ੍ਵੀਪ ਹੈਗੀ, ਹੈ ਨਾ। ਚਲੋ ਅੱਗੇ ਤੁਹਾਡੇ ਸਾਹਮਣੇ ਇਮੇਜ ਦੇ ਥਰੂ ਦਰਸਾਇਆ ਵੀ ਗਿਆ, ਆਪਾਂ ਦੇਖ ਲੈਂਦੇ। ਇਹਦਾ ਆਨਸਰ ਕੀ ਹੋਊਗਾ? ਇਹਦਾ ਆਨਸਰ ਹੋਊਗਾ ਸਿੱਕਿਮ ਹੋਊਗਾ, ਠੀਕ ਹੈ। ਇਹਦਾ ਆਨਸਰ ਸਿੱਕਿਮ ਹੋਊਗਾ, ਕਲੀਅਰ ਹੈ। ਚਲਿਏ ਅੱਗੇ ਚੱਲਦੇ ਹਾਂ। ਕੀ ਦਿੱਤਾ ਗਿਆ? ਇਹ ਸਿੱਕਿਮ ਹੈਗਾ ਇੰਡੀਆ ਦੇ ਮੈਪ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ। ਇਹਦੀ ਰਾਜਧਾਨੀ ਗੰਗਟੋਕ ਹੈ, ਠੀਕ ਹੈ। ਇਹਦੀ ਰਾਜਧਾਨੀ ਕੀ ਹੈ? ਗੰਗਟੋਕ ਹੈ ਸਿੱਕਿਮ ਦੀ, ਠੀਕ ਹੈ। ਇਹ ਆਪਣੀ ਇੰਟਰਨੈਸ਼ਨਲ ਜਿਹੜੇ ਲੱਗਦੇ ਨੇ, ਜਿੱਥੇ ਮਿਆਂਮਾਰ ਲੱਗਦਾ ਹੈ, ਭੂਟਾਨ ਹੈ, ਨੇਪਾਲ ਹੈ, ਚਾਈਨਾ ਹੈ ਨਾ, ਪਾਕਿਸਤਾਨ ਹੈ, ਇੱਥੇ ਉੱਤੇ ਤਜ਼ਾਕਿਸਤਾਨ ਆ ਗਿਆ, ਅਫਗਾਨਿਸਤਾਨ ਆ ਗਿਆ, ਇਹ ਸਾਰੇ ਦੇਸ਼ ਦਿੱਤੇ ਗਏ ਨੇ, ਠੀਕ ਹੈ। ਤੇ ਆਪਾਂ ਇੱਥੇ ਗੱਲ ਕਰੀਏ, ਦੇਖੋ ਲਾਰਜੈਸਟ ਜਿਹੜਾ ਇੰਡੀਅਨ ਸਟੇਟ ਬਾਈ ਏਰੀਆ ਦੀ ਗੱਲ ਕਰੀਏ ਤਾਂ ਰਾਜਸਥਾਨ ਹੈਗਾ, ਤੇ ਸਮੋਲੈਸਟ ਸਟੇਟ ਹੈਗਾ ਗੋਆ ਏਰੀਆ ਦੇ ਹਿਸਾਬ ਨਾਲ। ਤੇ ਪੋਪੂਲੇਸ਼ਨ ਦੇ ਹਿਸਾਬ ਨਾਲ ਉੱਤਰ ਪ੍ਰਦੇਸ਼ ਹੈਗਾ ਸਭ ਤੋਂ ਵੱਡਾ, ਤੇ ਸਭ ਤੋਂ ਛੋਟਾ ਹੈਗਾ ਸਿੱਕਿਮ, ਠੀਕ ਹੈ, ਪੋਪੂਲੇਸ਼ਨ ਦੇ ਹਿਸਾਬ ਨਾਲ। ਤੇ ਯੂਟੀ ਦੇ ਹਿਸਾਬ ਨਾਲ ਆਪਾਂ ਗੱਲ ਕਰਾਂ, ਯੂਟੀ ਦੇ ਵਿੱਚ ਗੱਲ ਕਰਾਂ ਏਰੀਆ ਦੇ ਵਿੱਚ, ਤੇ ਲਦਾਖ ਸਭ ਤੋਂ ਵੱਡਾ ਹੈਗਾ, ਤੇ ਸਮੋਲੈਸਟ ਜਿਹੜਾ ਹੈਗਾ ਉਹ ਲਕਸ਼ਦ੍ਵੀਪ ਹੈ, ਠੀਕ ਹੈ। ਤੁਹਾਨੂੰ ਪਤਾ ਇੰਡੀਆ ਦੇ ਵਿੱਚ ਹੁਣ 8 ਯੂਟੀ ਹੈਗੀ ਤੇ 28 ਸਟੇਟ ਹੈ। ਆ ਤੁਸੀਂ ਧਿਆਨ ਰੱਖਿਓ, 28 ਜਿਹੜੇ ਹੈਗੇ ਉਹ ਕੀ ਹੈ? ਸਟੇਟ ਹੈ, ਤੇ 8 ਜਿਹੜੀ ਹੈਗੀ ਉਹ ਕੀ ਹੈ? ਯੂਟੀ ਹੈ ਨਾ। 8 ਯੂਟੀ ਹੈ। 2 ਯੂਟੀ ਲਾਸਟ ਜਿਹੜੀ ਬਣੀ ਸੀ ਆ ਪਾਕਿਸਤਾਨ ਤੇ, ਹੈ ਨਾ, ਆ ਬਣੀ ਸੀ ਨਾ ਪਾਕਿਸਤਾਨ ਤੇ ਲਦਾਖ, ਤੇ ਆ ਵੀ ਤੁਸੀਂ ਧਿਆਨ ਰੱਖਣਾ ਹੈ ਨਾ। 31 ਅਕਤੂਬਰ 2019 ਦੇ ਵਿੱਚ ਇਹਨਾਂ ਨੂੰ ਬਣਾਇਆ ਗਿਆ ਸੀ, ਯਾਨੀ ਕਿ ਕਦੋਂ ਬਣਾਇਆ ਗਿਆ ਸੀ? 31 ਅਕਤੂਬਰ 2019 ਦੇ ਵਿੱਚ ਬਣਾਇਆ ਗਿਆ ਸੀ ਦੋਨੋਂ ਯੂਟੀ ਨੂੰ। ਆ ਵੀ ਤੁਸੀਂ ਧਿਆਨ ਰੱਖਣਾ। ਮੋਸਟ ਪੋਪੂਲੇਸ਼ਨ ਜਿਹੜੀ ਯੂਟੀ ਹੈਗੀ ਉਹ ਦਿੱਲੀ ਹੈਗੀ, ਤੇ ਸਭ ਤੋਂ ਕਮ ਜਿਹੜੀ ਹੈ ਉਹ ਲਕਸ਼ਦ੍ਵੀਪ ਹੈ। ਇਹ ਤੁਸੀਂ ਧਿਆਨ ਰੱਖਣਾ। ਆਪਾਂ ਕਹਿ ਸਕਦੇ ਹਾਂ 8 ਕੁਐਸਚਨ ਆਪਣੇ ਰੈਡੀ ਹੋ ਗਏ। ਇੱਥੇ ਕਿੰਨੇ ਕੁਐਸਚਨ ਰੈਡੀ ਹੋ ਗਏ? 8 ਕੁਐਸਚਨ ਰੈਡੀ ਹੋ ਗਏ। ਇੱਕ ਕੁਐਸਚਨ ਦੇ ਜਾਣਕਾਰੀ ਆਪਾਂ ਨੇ ਲਿੱਤੀ ਹੈ ਤੇ 8 ਰੈਡੀ ਹੋ। ਦੇਖੋ 1 2 3 4 5 6 7 ਤੇ 8, ਤੇ 2 ਹੋਰ ਬਤਾ ਦੇ ਮੈਂ, ਯੂਟੀ ਜਿਹੜੀ ਹੈ ਨਾ ਉਹ ਵੀ ਬਤਾ ਦੇ, ਯਾਨੀ ਕਿ 10 ਕੁਐਸਚਨ ਰੈਡੀ ਹੋ ਗਏ ਆਪਣੇ ਇੱਥੇ। ਤੁਸੀਂ ਧਿਆਨ ਰੱਖਣਾ ਹੈ, ਆਰਾਮ ਨਾਲ ਇਹਨੂੰ ਪੜ੍ਹੋ ਤੇ ਕੋਈ ਚੱਕਰ ਨਹੀਂ ਹੈ, ਕਲੀਅਰ ਹੈ। ਚਲਿਏ ਅੱਗੇ ਚੱਲਦੇ ਹਾਂ। ਦੇਖੋ ਖੇਤਰਫਲ ਦੇ ਹਿਸਾਬ ਨਾਲ ਅਗਰ ਆਪਾਂ ਗੱਲ ਕਰੀਏ ਕਿ ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ ਹੈਗਾ, ਤੇ ਆਪਾਂ ਹੁਣੀ ਪੜ੍ਹ ਕੇ ਆਏ ਕਿਹੜਾ ਹੈਗਾ? ਰਾਜਸਥਾਨ। ਤੇ ਬਾਰ-ਬਾਰ ਬਤਾਉਣ ਦੀ ਕੋਈ ਚੱਕਰ ਨਹੀਂ ਹੈਗਾ, ਠੀਕ ਹੈ, ਕਿਉਂਕਿ ਆਪਾਂ ਹੁਣੀ ਪੜ੍ਹ ਕੇ ਆਏ ਹਾਂ। ਤੇ ਤੁਸੀਂ ਧਿਆਨ ਰੱਖਣਾ ਹੈ, ਇਹ ਸਾਰੇ ਜਿਹੜੇ ਕੁਐਸਚਨ ਹੈਗੇ ਇੰਪੋਰਟੈਂਟ ਹੈਗੇ। 500 MCQ ਆਪਾਂ ਕਰਨਾ ਹੈ, ਠੀਕ ਹੈ, ਜਿਹਦੇ ਵਿੱਚ ਨੈਸ਼ਨਲ ਤੇ ਆਪਣਾ ਪੰਜਾਬ ਦੇ ਦੋਨਾਂ ਦੇ ਕੁਐਸਚਨ ਜੋ ਹੈ ਕਵਰ ਹੋ ਜਾਣਗੇ, ਕਲੀਅਰ ਹੈ। ਈਸਟ ਇੰਡੀਆ ਕੰਪਨੀ ਨੇ ਭਾਰਤ ਨਾਲ ਵਪਾਰ ਕਿਸ ਸ਼ਹਿਰ ਤੋਂ ਸ਼ੁਰੂ ਕੀਤਾ ਸੀ, ਯਾਨੀ ਕਿ ਕਿੱਥੋਂ ਸ਼ੁਰੂ ਕੀਤਾ ਸੀ? ਮੈਂ ਆ ਕੁਐਸਚਨ ਪਹਿਲਾਂ ਪੁੱਛਿਆ ਵੀ ਸੀ, ਤੇ ਬਹੁਤ ਸਾਰੇ ਲੋਕਾਂ ਨੇ ਇਹਦਾ ਆਨਸਰ ਜਿਹੜਾ ਹੈਗਾ ਨਾ ਮੁੰਬਈ ਦਿੱਤਾ ਸੀ, ਕਿਸੇ ਨੇ ਮਦਰਾਸ ਦਿੱਤਾ ਸੀ, ਕਿਸੇ ਨੇ ਕਲਕੱਤਾ ਦਿੱਤਾ ਸੀ, ਕਿਸੇ ਨੇ ਸੂਰਤ। ਜਿਹੜਾ ਇਹਦਾ ਰਾਈਟ ਆਨਸਰ ਹੈ ਨਾ ਉਹ ਸੂਰਤ ਹੈਗਾ, ਕਿਉਂਕਿ ਸਭ ਤੋਂ ਪਹਿਲਾਂ 1608 ਦੇ ਵਿੱਚ ਹੈ ਨਾ, 1608 ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਸ਼ੁਰੂ ਜਿਹੜਾ ਕੀਤਾ ਸੀ ਉਹ ਸੂਰਤ ਤੋਂ ਸ਼ੁਰੂ ਕੀਤਾ ਸੀ। ਕਿੱਥੋਂ? ਸੂਰਤ ਜਿਹੜਾ ਹੈਗਾ ਉਹ ਤੋਂ ਸ਼ੁਰੂ ਕੀਤਾ ਸੀ, ਠੀਕ ਹੈ। ਸੂਰਤ ਦੇ ਪੋਰਟ ਜਿਹੜਾ ਹੈਗਾ ਉੱਥੋਂ ਸ਼ੁਰੂ ਕੀਤਾ ਸੀ। ਆ ਦੇਖੋ ਨੀਚੇ ਦਿੱਤਾ ਵੀ ਗਿਆ ਹੈ। ਈਸਟ ਇੰਡੀਆ ਕੰਪਨੀ ਜਿਹੜੀ ਹੈਗੀ ਉਹਨੇ ਭਾਰਤ ਨਾਲ ਵਪਾਰ ਜਿਹੜਾ ਹੈ ਸੂਰਤ ਤੋਂ ਸ਼ੁਰੂ ਕੀਤਾ ਸੀ। ਪਹਿਲੇ ਬ੍ਰਿਟਿਸ਼ ਜਿਹੜਾ ਯਾਨੀ ਕਿ ਅਗਰ ਹਮ ਕਹੇ ਜਹਾਜ਼ਾਂ ਨੂੰ ਸੂਰਤ ਦੀ ਬੰਦਰਗਾਹ ਤੇ ਇਹਨਾਂ ਨੇ ਯਾਨੀ ਕਿ ਲੈ ਕੇ ਆਏ ਸੀ 1608 ਵਿੱਚ, ਠੀਕ ਹੈ। ਵਪਾਰ ਆਰੰਭ ਕੀਤਾ ਸੀ ਤੇ ਪਹਿਲੀ ਇਹਨਾਂ ਨੇ ਜਿਹੜੀ ਆਪਣੀ ਯਾਨੀ ਕਿ ਕਹਿ ਸਕਦੇ ਹਾਂ ਕੰਪਨੀ ਜਿਹੜੀ ਹੈਗੀ ਨਾ ਉਹ ਵੀ ਸਥਾਪਿਤ ਕੀਤੀ ਸੀ ਉਹ 1612 ਦੇ ਵਿੱਚ, ਹੈ ਨਾ, ਲਗਭਗ 1612 1616 ਦੇ ਵਿੱਚ ਇਹਨਾਂ ਨੇ ਸਥਾਪਿਤ ਕੀਤੀ ਸੀ। ਆ ਦਿੱਤੀ ਵੀ ਗਈ ਹੈ। ਦੇਖੋ
ਇਸ 'ਚ ਹਾਂ ਕੰਪਨੀ ਜਿਹੜੀ ਹੈਗੀ ਇਹਨਾਂ ਨੇ ਆਪਣੀ ਫੈਕਟਰੀ ਜਿਹੜੀ ਹੈਗੀ ਪਹਿਲੀ ਫੈਕਟਰੀ ਉਹ ਵੀ 1613 ਦੇ ਵਿੱਚ ਸੂਰਤ ਦੇ ਵਿੱਚ ਹੀ ਇਹਨਾਂ ਨੇ ਸਥਾਪਿਤ ਕੀਤੀ। ਸੂਰਤ ਗੁਜਰਾਤ ਦੇ ਵਿੱਚ ਆ, ਤੁਹਾਨੂੰ ਪਤਾ ਹੈ ਨਾ। ਇੱਥੇ ਹੀ ਆਪਣੀ ਕੀ ਹੈ ਇਹਨਾਂ ਨੇ ਪਹਿਲੀ ਕੀ ਹੈ ਆਪਣੀ ਫੈਕਟਰੀ ਜਿਹੜੀ ਉਹ ਵੀ ਸਥਾਪਿਤ ਕੀਤੀ ਸੀ। ਤੇ ਸੈਕਿੰਡ ਜਿਹੜੀ ਹੈਗੀ ਉਹ 1616 ਦੇ ਵਿੱਚ ਮਸੂਲੀਪਟਨਮ ਜਿਹੜਾ ਹੈਗਾ, ਠੀਕ ਹੈ, ਉੱਥੇ ਯਾਨੀ ਕਿ ਆਂਧਰਾ ਵੇ ਆਫ ਬੰਗਾਲ ਦੇ ਕੋਲੇ ਆਂਧਰਾ ਕੋਸਟ ਦੇ ਵਿੱਚ ਉੱਥੇ ਸਥਾਪਿਤ ਕੀਤੀ ਸੀ। ਆ ਵੀ ਆਪਾਂ ਧਿਆਨ ਰੱਖਣਾ ਹੈ। ਕਲੀਅਰ ਹੈ। ਪਹਿਲੀ ਫੈਕਟਰੀ ਵੀ ਸੂਰਤ ਦੇ ਵਿੱਚ ਤੇ ਪਹਿਲਾ ਵਪਾਰ ਵੀ ਸੂਰਤ ਤੋਂ ਇਹਨਾਂ ਨੇ ਸ਼ੁਰੂ ਕੀਤਾ ਸੀ। ਕਲੀਅਰ। ਇਹ ਸਲੋਗਨ ਕਿਸਨੇ ਲਿਖਿਆ ਸੀ ਕਿ ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ ਅਤੇ ਮੇਰੇ ਕੋਲ ਹੋਵੇਗਾ। ਠੀਕ ਹੈ, ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ ਤੇ ਮੇਰੇ ਕੋਲ ਹੋਵੇਗਾ। ਆ ਕਿਹਨੇ ਲਿਖਿਆ ਹੈ? ਤੇ ਆਪਾਂ ਇਹਦੀ ਗੱਲ ਕਰੀਏ ਤਾਂ ਧਿਆਨ ਰੱਖਿਓ ਤੁਸੀਂ, ਇਹਦਾ ਰਾਈਟ ਆਨਸਰ ਆਊਗਾ ਬਾਲ ਗੰਗਾਧਰ ਤਿਲਕ। ਬਾਲ ਗੰਗਾਧਰ ਤਿਲਕ ਨੇ ਇਹ ਸਲੋਗਨ ਜਿਹੜਾ ਹੈਗਾ, ਠੀਕ ਹੈ, ਇਹ ਕਿਹਾ ਹੈ। ਅੱਗੇ ਜਿਹੜਾ ਆਪਣੇ ਕੋਲੇ ਦਿੱਤਾ ਵੀ ਗਿਆ ਹੈ ਕਿ ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ, ਇਸੇ ਮੈਂ ਲੈ ਕਰ ਰਹੂੰਗਾ। ਲੋਕਮਾਨਯ ਤਿਲਕ ਜਿਹੜੇ ਸੀਗੇ ਉਹਨਾਂ ਨੇ ਲੋਕਮਾਨਯ ਤਿਲਕ ਆਣਗੇ ਨਾ, ਲੋਕਮਾਨਯ ਤਿਲਕ, ਬਾਲ ਗੰਗਾਧਰ ਤਿਲਕ ਕਹਿ ਸਕਦੇ ਹਾਂ। ਠੀਕ ਹੈ, ਇਹੀ ਆਪਣਾ ਰਾਈਟ ਆਨਸਰ ਹੋਊਗਾ, ਧਿਆਨ ਰੱਖਣਾ ਹੈ। ਜਲਿਆਂਵਾਲਾ ਬਾਗ ਜਿਹੜਾ ਹੈਗਾ, ਠੀਕ ਹੈ, ਕਤਲੇਆਮ ਜਿਹੜਾ ਹੋਇਆ ਸੀ ਹੈ ਨਾ, ਤੁਹਾਨੂੰ ਪਤਾ ਹੈ 1000 ਤੋਂ ਅਬਵ ਜਿਹੜੇ ਲੋਕੀ ਸੀਗੇ ਉਹ ਸ਼ਹੀਦ ਹੋ ਗਏ ਸੀ ਉੱਥੇ, ਹੈ ਨਾ। ਜਿਹੜਾ ਜਨਰਲ ਡਾਇਰ ਸੀ ਉਹਨੇ ਲੋਕਾਂ ਦੇ ਉੱਤੇ ਗੋਲੀਆਂ ਬਰਸਾ ਦਿੱਤੀ ਸੀ। ਉਹ ਕਿਹੜੇ ਵੀ ਸਨ ਵਿੱਚ ਹੋਇਆ ਸੀ? ਤੇ ਹੋਇਆ ਸੀ 13 ਅਪ੍ਰੈਲ 1919 ਦੇ ਵਿੱਚ ਹੋਇਆ ਸੀ। ਆ ਤੁਸੀਂ ਧਿਆਨ ਰੱਖਣਾ, ਠੀਕ ਹੈ। ਤੇ ਉੱਥੇ ਯਾਨੀ ਕਿ ਇੱਕ ਸਭਾ ਹੋ ਰਹੀ ਸੀ, ਉਸ ਸਭਾ ਦੇ ਵਿੱਚ ਇਹਨਾਂ ਨੇ ਇਹ ਕਤਲੇਆਮ ਸ਼ੁਰੂ ਕੀਤਾ ਸੀ। ਜਨਰਲ ਡਾਇਰ ਉਹਦਾ ਨਾਂ ਸੀਗਾ, ਠੀਕ। ਤੇ ਇਹ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ। ਕਲੀਅਰ ਹੈ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਦੇਖਦੇ ਹਾਂ ਕੀ ਹੈ। ਜੀ ਹਾਂ, ਫੋਟੋ ਦੇ ਵਿੱਚ ਦਿੱਤਾ ਗਿਆ ਹੈ, ਤੁਸੀਂ ਸਾਰੇ ਜਾਣਦੇ ਹੋ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਬਾਗ ਹੈਗਾ, ਠੀਕ ਹੈ। ਕਿਹੜੀ ਲਹਿਰ ਦੌਰਾਨ ਮਹਾਤਮਾ ਗਾਂਧੀ ਨੇ ਕਰੋ ਜਾਂ ਮਰੋ ਦਾ ਨਾਰਾ ਦਿੱਤਾ ਸੀ? ਕਰੋ ਜਾਂ ਮਰੋ ਦਾ ਨਾਰਾ ਮਹਾਤਮਾ ਗਾਂਧੀ ਨੇ ਕਿਹੜੀ ਲਹਿਰ ਸੀ ਉਹਦੇ ਦੌਰਾਨ ਦਿੱਤਾ ਸੀ? ਤੇ ਤੁਹਾਡੇ ਸਾਹਮਣੇ ਦਿੱਤਾ ਗਿਆ ਖਿਲਾਫਤ ਜਿਹੜਾ ਲਹਿਰ ਸੀ ਉਹ ਸੀ, ਠੀਕ ਹੈ, ਜਾਂ ਫਿਰ ਕਿਹੜੀ? ਤੋਂ ਆਪਣੇ ਕੋਲੇ ਜਿਹੜਾ ਹੈਗਾ ਆ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਹੈ, ਠੀਕ ਹੈ। ਇਹ ਭਾਰਤ ਛੋੜੋ ਅੰਦੋਲਨ ਜਿਹੜਾ ਇਹਨਾਂ ਨੇ ਯਾਨੀ ਕਿ ਭਾਰਤ ਛੋੜੋ ਕਰੋ ਜਾਂ ਮਰੋ ਜੋ ਹੈ ਨਾ, ਉਹ ਦਿੱਤਾ ਸੀ ਭਾਰਤ ਛੋੜੋ ਅੰਦੋਲਨ ਦੇ ਵਿੱਚ। ਕਦੋਂ ਦਿੱਤਾ? ਭਾਰਤ ਛੋੜੋ ਅੰਦੋਲਨ ਦੇ ਵਿੱਚ, ਠੀਕ ਹੈ। ਤੇ ਆਪਾਂ 1942 ਵਿੱਚ ਇਹ ਸਲੋਗਨ ਜਿਹੜਾ ਹੈ ਇਹ ਮਹਾਤਮਾ ਗਾਂਧੀ ਨੇ ਕਿਹਾ ਸੀ। ਇਹ ਬਾਤ ਮਹਾਤਮਾ ਗਾਂਧੀ ਨੇ ਕਹੀ ਸੀ। ਆ ਵੀ ਆਪਾਂ ਧਿਆਨ ਰੱਖਣੀ ਹੈ, ਠੀਕ ਹੈ। ਅੱਗੇ ਚੱਲਦੇ ਹਾਂ, ਥੋੜੇ ਜਿਹੇ ਦੇਖਦੇ ਹਾਂ ਕੀ ਹੈ। ਜੀ ਹਾਂ, ਇਹ ਬਹੁਤ ਸਾਰੇ ਸਲੋਗਨ ਨੇ ਜਿਹੜੇ ਦਿੱਤੇ ਗਏ ਨੇ ਤੇ ਲਿਖੇ ਗਏ ਨੇ, ਹੈ ਨਾ। ਲਿਖੇ ਗਏ ਆ ਉਹ ਅਲੱਗ ਹੈ, ਇਹ ਰਿਟਨ ਬਾਈ ਯਾਨੀ ਕਿ ਜਿਹੜਾ ਲਿਖਾ ਗਿਆ ਹੈ, ਤੇ ਇਹ ਜਿਹੜਾ ਹੈਗਾ ਇਹ ਦਿੱਤੇ ਗਏ ਨੇ। ਜਿਵੇਂ ਜੈ ਹਿੰਦ ਹੈ ਨਾ, ਇਹ ਹਸਨ ਸਫਰਾਨੀ ਜਿਹੜਾ ਹੈਗਾ ਉਹਨੇ ਦਿੱਤਾ ਸੀ। ਤੇ ਇਹ ਜਿਹੜਾ ਹੈਗਾ ਮਦਾਰੇ ਵਤਨ, ਠੀਕ ਹੈ, ਆ ਇਹਨਾਂ ਨੇ ਯਾਨੀ ਕਿ ਅਜੀਮ ਉल्ला ਖਾਨ ਨੇ ਦਿੱਤਾ ਸੀ 1857 ਦੇ ਵਿੱਚ। ਤੇ ਇਹ ਇਨਕਲਾਬ ਜਿੰਦਾਬਾਦ ਜੀ ਜਿਹੜਾ ਹੈਗਾ ਹਸਰਤ ਮੋਹਨੀ ਨੇ। ਇਹ ਤੁਸੀਂ ਇੱਕ ਵਾਰ ਪੜ੍ਹ ਲਿਓ, ਇਹਨਾਂ ਨੂੰ ਇੱਕ ਵਾਰ ਤਰੀਕੇ ਨਾਲ ਤੁਹਾਨੂੰ ਪਤਾ ਚੱਲ ਜਾਏਗਾ ਕਿ ਕੀ ਚੀਜ਼ਾਂ ਹੈਗੀ ਜਿੱਥੇ ਆ ਹੋ ਸਕਦਾ ਹੈ, ਪੁੱਛਿਆ ਜਾ ਸਕਦਾ ਹੈ। ਤੁਮ ਮੁਝੇ ਖੂਨ ਦੋ ਮੈਂ तुम्हें आज़ादी दूंगा जड़ा है ये हेठ लिखे विच किस व्यक्ति ने द्वारा कहा गया सी? भगत सिंह सीगे ਜਾਂ ਫਿਰ ਲਾਲਾ ਲਾਜਪਤ ਰਾਏ ਜਾਂ ਫਿਰ ਸੁਭਾਸ਼ ਚੰਦਰ ਬੋਸ ਸੀਗੇ ਜਾਂ ਫਿਰ ਵੱਲਭ ਭਾਈ ਪਟੇਲ ਸੀਗੇ। ਤਾਂ ਤੁਹਾਨੂੰ ਪਤਾ ਹੈ ਇਹ ਕਿਹਨੇ ਦਿੱਤਾ ਸੀ? ਸੁਭਾਸ਼ ਚੰਦਰ ਬੋਸ ਜਿਹੜੇ ਹੈਗੇ ਉਹਨਾਂ ਨੇ ਇਹ ਦਿੱਤਾ ਸੀ। ਧਿਆਨ ਰੱਖਣਾ ਹੈ, ਨੀਚੇ ਦਿੱਤਾ ਵੀ ਗਿਆ ਹੈ ਸੁਭਾਸ਼ ਚੰਦਰ ਬੋਸ ਦੁਆਰਾ ਇਹ ਦਿੱਤਾ ਗਿਆ ਸੀ। ਇਹ ਖਾਸ ਕਰਕੇ ਤੁਸੀਂ ਧਿਆਨ ਰੱਖਣਾ। ਹੋਪ ਸੋ ਤੁਹਾਨੂੰ ਇਹ ਸਾਰੀ ਜਾਣਕਾਰੀ ਜਿਹੜੀ ਆਪਾਂ ਇੱਥੇ ਗੱਲ ਕੀਤੀ ਹੈ ਉਹ ਸਮਝ ਆਈ ਹੋਊਗੀ, ਠੀਕ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਹੁਣ ਨੈਕਸਟ ਟਾਈਮ ਹੋਰ ਵਧੀਆ ਤੋਂ ਵਧੀਆ क्वेश्चन ਤੁਹਾਡੇ ਸਾਹਮਣੇ ਲੈ ਕੇ ਆਵਾਂ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਮੈਨੂੰ ਸ਼ੇਅਰ ਕਰਨਾ ਹੈ ਜੀ, ਹੈ ਨਾ। ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਵੇਂ ਦਾ ਲੈਕਚਰ ਤੁਹਾਨੂੰ ਇਹ ਲੱਗਿਆ ਹੈ, ਠੀਕ ਹੈ। ਥੋੜਾ ਜਿਹਾ ਬੈਕਗ੍ਰਾਉਂਡ ਜਿਹੜੀ ਆਵਾਜ਼ ਜਿਹੜੀ ਹੈਗੀ ਉਹ ਆ ਰਹੀ ਹੈ ਕਿਉਂਕਿ ਪਿੱਛੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਤੇ ਉਹਦੇ ਕਰਕੇ ਕੀ ਹੈ ਉਹ ਆਪਾਂ ਕਹਿ ਸਕਦੇ ਹਾਂ ਆਵਾਜ਼ ਜਿਹੜੀ ਆਉਂਦੀ ਹੈ ਥੋੜੀ ਬਹੁਤ। ਤੇ ਕੋਸ਼ਿਸ਼ ਕਰਾਂਗਾ ਅੱਗੇ ਤੋਂ ਆ ਵੀ ਦੂਰ ਹੋ ਜਾਏ ਤੇ ਤੁਸੀਂ ਆਰਾਮ ਨਾਲ ਇਹਨੂੰ ਦੇਖੀਏ ਤੇ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰ ਦਿਓ ਇੱਕ ਵਾਰੀ, ਹੈ ਨਾ। ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ, ਠੀਕ ਹੈ ਬਈ। ਚਲਿਏ ਤਾਂ ਹੁਣ ਮੈਂ ਨਮਸਕਾਰ, ਜੈ ਹਿੰਦ, ਜੈ ਭਾਰਤ। ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ।